ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਡਾਕਟਰ ਦਲਜੀਤ ਚੀਮਾ ਤੇ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਬੇਅਦਬੀ ਕੇਸਾਂ ਨੂੰ ਲੈ ਕੇ ਜਿਹੜੀ ਕਾਂਗਰਸ ਸਰਕਾਰ ਹੈ ਉਹ ਇਸ ਵਕਤ ਸਿਆਸਤ ਕਰਨ ਤੇ ਤੁਲੀ ਹੋਈ ਹੈ ਤੇ ਉਹਨਾਂ ਨੂੰ ਡਰ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਕਿਸੇ ਦੇ ਉੱਪਰ ਆਰੋਪ ਲਗਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਮੇਰੇ ਨਾਲ ਗੱਲਬਾਤ ਕਰਨ ਵਾਸਤੇ ਹੈਗੇ ਨੇ ਡਾਕਟਰ ਦਲਜੀਤ ਚੀਮਾ ਸਾਹਿਬ, ਇਹ ਮਤਲਬ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਇਹ ਸਿਆਸਤ ਦਾ ਮੁੱਦਾ ਬਣਾ ਲਿਆ ਹੈਗਾ ਕਾਂਗਰਸ ਸਰਕਾਰ ਨੇ? ਦੇਖੋ, ਗੱਲ ਇਹ ਹੈ ਕਿ ਅਸੀਂ ਤੇ ਤੁਹਾਡੇ ਸਾਹਮਣੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ 3-4 ਦਿਨ ਪਹਿਲਾਂ ਐਡੀ ਵੱਡੀ ਇੱਕ ਸਫ਼ੇ ਦੀ ਅੰਗਰੇਜ਼ੀ ਦੀ ਇੱਕ ਅਖਬਾਰ ਦੀ ਇੰਟਰਵਿਊ ਹੈ ਉਹ ਵੀ ਰੱਖ ਦਿੱਤੀ। ਉਹ ਖੁਦ ਕਹਿ ਰਿਹਾ ਕਿ ਮੈਂ ਜਦੋਂ ਬੇਅਦਬੀ ਦੇ ਇਸ਼ੂ ਦੀ ਗੱਲ ਕੀਤੀ ਤੇ ਮੈਨੂੰ ਕਿਹਾ ਗਿਆ ਕਿ ਇਹ ਅਖੀਰਲੇ ਸਾਲ ਦੇਖਾਂਗੇ ਇਲੈਕਸ਼ਨ ਦੇ ਨੇੜੇ ਜਾ ਕੇ, ਕਿਉਂਕਿ ਇਹ ਇਲੈਕਸ਼ਨ ਦਾ ਮੁੱਦਾ। ਤੇ ਹੁਣ ਜਿਹੜਾ ਦਿੱਲੀ ਦੇ ਵਿੱਚ ਡਰਾਮਾ ਚੱਲ ਰਿਹਾ, ਜਿਹੜਾ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ, ਜਿਹੜੀ ਇੱਕ ਦੂਜੇ ਦੇ ਖਿਲਾਫ ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਚੱਲ ਰਹੇ, ਉੱਥੇ ਫਿਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਵੋਟਾਂ ਵੇਲੇ ਕਿਹਾ ਸੀ ਕਿ ਅਸੀਂ ਜਿਹੜੀ ਹੈ ਅਕਾਲੀ ਲੀਡਰਾਂ ਨੂੰ ਅੰਦਰ ਦਿਆਂਗੇ, ਤੇ ਹੁਣ ਅਸੀਂ ਕਿਹੜੇ ਮੂੰਹ ਨਾਲ ਜਾਈਏ? ਹੁਣ ਹਾਈ ਕਮਾਂਡ ਵੀ ਇਹਨਾਂ ਨੂੰ ਕਹਿੰਦੀ ਹੈ ਕਿ ਜਿਵੇਂ ਮਰਜ਼ੀ ਹੈ ਕੁਛ ਨਾ ਕੁਛ ਕਰੋ। ਇਸ ਕਰਕੇ ਨੀਅਤ ਇਹਨਾਂ ਦੀ ਉੱਥੇ ਹੀ ਖੜੀ ਹੈ। ਇਹੀ ਨੀਅਤ ਕੇਜਰੀਵਾਲ ਦੀ ਸੀ। ਅਸੀਂ ਪਹਿਲਾਂ ਤੋਂ ਕਹਿੰਦੇ ਸੀ ਕਿ ਦੋਵੇਂ ਪਾਰਟੀਆਂ ਇਹ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈ। ਇਸੇ ਕਰਕੇ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆਈ, ਉਹਨੇ ਪਹਿਲਾਂ ਕਾਂਗਰਸ ਦਾ, ਸਰਕਾਰ ਦਾ ਤੇ ਕੁੰਵਰ ਵਿਜੇ ਪ੍ਰਤਾਪ ਦਾ ਗੰਦਾ ਰੋਲ ਜਿਹੜਾ ਸੀ ਉਹਦੇ 'ਤੇ ਬੜੇ ਵੱਡੇ ਸਖਤ ਕਮੈਂਟ ਕੀਤੇ ਕਿ ਇਹ ਬਦਨੀਤੀ ਨਾਲ ਕੀਤੀ ਜਾਂਚ ਹੈ, ਇਹ ਜਿਹੜੀ ਹੈ ਬੇਤੁਕੀ ਜਾਂਚ ਹੈ, ਬਹੂਦਾ ਜਾਂਚ ਹੈ। ਹਰ ਤਰ੍ਹਾਂ ਦੇ ਜਿਹੜੇ ਨੈਗੇਟਿਵ ਵਰਡ ਹੈ ਉਹ ਹਾਈ ਕੋਰਟ ਨੇ ਉਹਦੇ ਬਾਰੇ ਯੂਜ਼ ਕੀਤੇ। ਉਹਦੀ ਸਾਰੀ ਇਨਵੈਸਟੀਗੇਸ਼ਨ ਰੱਦ ਹੋ ਗਈ, ਉਹਨੂੰ ਅਸਤੀਫਾ ਦੇ ਕੇ ਭੱਜਣਾ ਪਿਆ। ਤੇ ਹੁਣ ਉਹ ਅਸਤੀਫਾ ਦੇ ਕੇ ਜਿਹੜਾ ਐਡਾ ਬੰਦਾ ਜਿਹਦੀ ਬੇਈਮਾਨੀ ਸਾਬਤ ਹੋ ਗਈ, ਉਹ ਫਟਾਫਟ ਕੇਜਰੀਵਾਲ ਨੇ ਆਪਣੀ ਪਾਰਟੀ ਸ਼ਾਮਲ ਕਰਾ ਲਿਆ। ਇਸ ਕਰਕੇ ਕਲੀਅਰ ਹੋ ਗਿਆ ਕਿ ਜਿਹੜੀ ਇਲੈਕਸ਼ਨ ਦੇ ਟਾਈਮ ਤੋਂ ਇਹਨਾਂ ਦੋਨਾਂ ਨੇ ਕੂੜ ਪ੍ਰਚਾਰ ਕੀਤਾ ਸੀ, ਇਹ ਦੋਵੇਂ ਪਾਰਟੀਆਂ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਨੂੰ ਲੱਗੀਆਂ ਸੀ। ਤੇ ਹੁਣ ਵਿੱਚ ਫਿਰ ਕੇਂਦਰ ਦੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਆ ਵੜਿਆ ਵੀ ਕਿਸੇ ਤਰੀਕੇ ਅਕਾਲੀਆਂ ਤੇ ਪਰਚਾ ਪੁਰਚਾ ਕਰੋ ਤਾਂ ਜੋ ਅਸੀਂ ਲੋਕਾਂ ਨੂੰ ਕਹਿਣ ਵਾਲੇ ਬਣੀਏ ਜੋ ਅਸੀਂ ਵਾਅਦਾ ਕੀਤਾ। ਚੀਮਾ ਸਾਹਿਬ, ਬਿਕਰਮ ਮਜੀਠੀਆ ਜੀ ਵੱਲੋਂ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਕਾਨਫਰੰਸ ਦੇ ਵਿੱਚ, ਜਿਹਦੇ ਵਿੱਚ ਇਹ ਦਿਖਾਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਪੁੱਛਗਿੱਛ ਕਰਨ ਜਿਹੜੇ ਮੈਂਬਰ ਆਏ ਨੇ ਉਹ ਸਿੱਟ ਦਾ ਹਿੱਸਾ ਵੀ ਨਹੀਂ ਸੀ, ਪਰੰਤੂ ਉਹ ਜ਼ਬਰਦਸਤੀ ਆ ਵੜੇ ਤੇ ਪੁੱਛਗਿੱਛ ਕਰਨ ਲੱਗੇ। ਦੇਖੋ, ਜੇ ਸਰਕਾਰ ਬੇਈਮਾਨ ਹੋ ਜਾਵੇ ਤੇ ਉਹ ਕਿਸੇ ਵੀ ਲਿਮਟ ਤੱਕ ਜਾ ਸਕਦੀ ਹੈ। ਜਦੋਂ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਪਿਆ ਹੋਇਆ ਕਿ ਤੂੰ ਕੁਛ ਨਾ ਕੁਛ ਕਰ, ਤੇ ਇਹੋ ਜਿਹੇ ਘਟੀਆ ਹੱਥ ਕੰਡੇ ਵਰਤਣਗੇ। ਜਦੋਂ ਹਾਈ ਕੋਰਟ ਨੇ ਇੰਨਾ ਸਖਤ ਕਿਹਾ ਸੀ ਕਿ 3 ਮੈਂਬਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਜਾਂਚ ਕਰੇਗਾ, ਇਹ 3 ਮੈਂਬਰ ਕਿਤੇ ਸਰਕਾਰ ਨੂੰ, ਕਿਤੇ ਪੁਲਿਸ ਦੇ ਕਿਸੇ ਅਫਸਰ ਨੂੰ, ਕਿਸੇ ਸਿਵਲ ਦੇ ਅਫਸਰ ਨੂੰ ਰਿਪੋਰਟ ਨਹੀਂ ਕਰਨਗੇ, ਕਿਤੇ ਮੀਡੀਆ ਨਾਲ ਗੱਲ ਨਹੀਂ ਕਰਨਗੇ, ਕੋਈ ਗੱਲ ਲੀਕ ਨਹੀਂ ਕਰਨਗੇ, ਫਿਰ ਇਹੋ ਜਿਹੇ ਬੰਦੇ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਰਿਟਾਇਰਡ ਹੈ, ਇਹ ਕਿਵੇਂ ਆ ਗਏ ਉੱਥੇ? ਕੋਈ ਕਹਿੰਦਾ ਮੈਂ DSP ਭੇਸ ਬਦਲ ਕੇ ਆ ਗਿਆ, ਕੋਈ ਕਿਸ ਤਰੀਕੇ ਆ ਗਿਆ। ਕਿਉਂਕਿ ਸਰਕਾਰ ਜਿਹੜੀ ਹੈ ਦਬਾਅ ਪਾ ਕੇ ਰੱਖਣਾ ਚਾਹੁੰਦੀ ਹੈ SIT ਦੇ ਕਿ ਸਾਡਾ ਕੰਟਰੋਲ ਰਹੇ, ਸਾਨੂੰ ਪਤਾ ਰਹੇ ਕਿ ਕਿਵੇਂ ਜਾਂਚ ਹੋ ਰਹੀ ਹੈ, ਤਾਂ ਜੋ ਉਹਦੇ ਮੁਤਾਬਕ ਅਸੀਂ ਹਦਾਇਤਾਂ ਆਪਣੀਆਂ ਬਦਲ ਸਕੀਏ। ਚੀਮਾ ਸਾਹਿਬ, ਕੈਪਟਨ ਥੋੜ੍ਹੇ ਦਿਨ ਪਹਿਲਾਂ ਗਏ ਸੀ ਦਿੱਲੀ ਤੇ ਬਿਨਾਂ ਮਿਲੇ ਹੀ ਵਾਪਸ ਆ ਗਏ, ਤੇ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਉਹਨਾਂ ਨੂੰ 15-20 ਮੁੱਦਿਆਂ ਦੀ ਇੱਕ ਲਿਸਟ ਦਿੱਤੀ ਗਈ ਹੈ ਕਿ ਜਲਦੀ ਤੋਂ ਜਲਦੀ ਇਹ ਪੂਰੇ ਕੀਤੇ ਜਾਣ। ਦੇਖੋ, 2 ਮੁੱਦੇ ਸੀ। ਇੱਕ ਤਾਂ ਕਰਪਸ਼ਨ ਦਾ ਬੜਾ ਵੱਡਾ ਮੁੱਦਾ ਬਣਿਆ ਸੀ ਕਿ ਬੜੀ ਵੱਡੀ ਕਰਪਸ਼ਨ, ਲੁੱਟ, ਸੈਂਡ ਮਾਫੀਆ, ਰੇਤ ਮਾਫੀਆ, ਲੀਕਰ ਮਾਫੀਆ, ਉਹਦਾ ਤਾਂ ਮੇਰੇ ਖਿਆਲ ਉੱਤੇ ਬਹਿ ਕੇ ਸਮਝੌਤਾ ਹੋ ਗਿਆ। ਉਹ ਕਿੰਨਾ ਵੰਡਿਆ ਗਿਆ ਇਹ ਤਾਂ ਹੁਣ ਉਹ ਕਮੇਟੀ ਦੱਸ ਸਕਦੀ ਹੈ, ਜਾਂ ਇਹ ਜਿਹੜੇ ਵਿੱਚ ਸ਼ਾਮਲ ਕਿਹੜੇ ਲੀਡਰ ਸ਼ਾਮਿਲ ਹੈ ਜੀ ਉਹਦੇ ਵਿੱਚ? ਸਾਰੀ ਕਾਂਗਰਸ ਹੀ ਸ਼ਾਮਲ ਹੋ, ਸਾਰਿਆਂ ਨੇ ਵਾਰੀ ਉਹ 'ਚ ਹਿੱਸਾ ਲਿਆ। ਅਸੀਂ ਤਾਂ ਇਹੀ ਪੜ੍ਹਦੇ ਰਹੇ ਹਾਂ ਵੀ ਇੰਨੇ ਕਰੋੜ, ਇੰਨੇ 100 ਕਰੋੜ ਲੁੱਟਿਆ ਗਿਆ, ਇੰਨਾ ਲੁੱਟਿਆ ਗਿਆ, ਇੰਨਾ ਚੂਨਾ ਲੱਗਿਆ। ਹੁਣ ਉਹ ਸਾਰਾ ਹੀ ਸੁਲਹ ਸਫਾਈ ਦੇ ਨਾਲ ਉਹ ਤਾਂ ਮੁੱਦਾ ਨਹੀਂ, ਉਹ ਤਾਂ ਜਿਵੇਂ ਕਾਂਗਰਸ ਕਰਦੀ ਹੁੰਦੀ ਹੈ ਉਹਨਾਂ ਨੇ ਉਹ ਤੈਅ ਕਰਤਾ। ਬਾਕੀ ਜਿਹੜੇ ਕਹਿੰਦੇ ਸੀ ਕਿ 86.4% ਵਾਅਦੇ, ਉਹ ਸਾਰੇ MLA ਉੱਥੇ ਮੁੱਕਰ ਗਏ ਕਿ ਥੱਲੇ ਤਾਂ ਇੱਕ ਵੀ ਨਹੀਂ ਹੋਇਆ। ਉਹ ਇਹਨਾਂ ਨੇ ਲਿਸਟ ਬਣਾ ਕੇ ਇਹਨਾਂ ਨੂੰ ਫੇਰ ਪੜਾਤੀ, ਪੂਰੇ ਕਰੋ। ਹੁਣ ਪੂਰੇ ਕਿੰਨੇ ਕਰਨੇ? ਟਾਈਮ ਤਾਂ ਸਾਰਾ ਨਿਕਲ ਗਿਆ। ਇਸ ਕਰਕੇ ਉਹਦੀ ਫੂਕ ਨਿਕਲ ਗਈ ਵਾਅਦਿਆਂ ਦੀ, ਜਿਹੜੇ ਸੈਂਕੜੇ ਕਰੋੜ ਦੇ ਇਸ਼ਤਿਹਾਰ ਦੇ ਕੇ ਕੈਪਟਨ ਸਾਹਿਬ ਨੇ ਲੋਕਾਂ ਦੇ ਰੋਜ਼ ਅਖਬਾਰਾਂ ਭਰੀਆਂ ਹੁੰਦੀਆਂ ਸੀ ਕਿ ਮੈਂ 86.4% ਵਾਅਦੇ ਪੂਰੇ ਕੀਤੇ। ਉਹਨਾਂ ਦੀ ਆਪਣੀ ਲੀਡਰਸ਼ਿਪ ਨੇ ਕਹਿਤਾ ਵੀ ਢੇਲਾ ਨਹੀਂ ਕੀਤਾ, ਅੱਜ ਜਾਓ ਲਿਸਟ ਲੈ ਜਾਓ ਤੇ ਆਰਾਮ ਨਾਲ ਜਾ ਕੇ ਕੰਮ ਕਰੋ। ਚੀਮਾ ਸਾਹਿਬ, ਇੱਕ ਸਵਾਲ ਹੋ ਰਿਹਾ ਕਿ ਫਤਿਹ ਜੰਗ ਬਾਜਵਾ ਦਾ ਬੇਟੇ ਨੂੰ DSP ਲਾਇਆ ਗਿਆ ਜੀ,
इस मुद्दे ते भी कांग्रेस दो फाड़ हो गई सी। खुद जाखड़ साहब ने भी ये अगेंस्ट बोलिया कि काम नहीं सी होना चाहिए। जो नौकरी मिली तो उन्होंने अज कॉन्फ्रेंस की है, कहते जी असीं वापस कर दी। की लगता जी ये की सियासत है? जे नौकरी नहीं लैनी सी तो अपलाई क्यों किया? सिंपल क्वेश्चन। जे इन्होंने अपलाई नहीं सी किया तो कैबिनेट ने पास क्यों किया? पहले उन्होंने पूछो ना भी जे तुसी नौकरी नहीं लैनी सी। होया ये है कि ये चाहते सी DSP की कैबिनेट दे विच क्वालीफिकेशन पूरी ना करके इंस्पैक्टर की दी गई। जो महकमे को गई तो उन्होंने कहा इंस्पैक्टर भर्ती नहीं किया जाता, सब इंस्पैक्टर लगना। उधरों सारे पंजाब दे विच जलूस निकल गया, थां थां पुतले साड़े जान लगे भी बेरोजगार नौजवान लखां जी घूम रहा तो इन्होंने तुसीं नौकरियां दे रहे। तो उधरों हाई कमांड ने कहता कि बेइज्जती ज़्यादा होगी, घट्टो घट्ट कुछ ना कुछ इहदा हल करो। प्रताप सिंह बाजवा ने भी मजबूरी चिट्ठी लिखनी पै गई अपने भरा नूं कि तू वापस ले लै। तो हुण होर दसो इन्हां तो ऑप्शन किहड़ी बची सी? चीमा साहब, नवजोत सिद्धू नूं लैके काफ़ी वड्डी सियासत चल रही है तो सूत्रां तो यह पता लग्या कि कैप्टन साहब कहते जे उन्होंने कांग्रेस का प्रधान बनाउणा है तो फिर मैनू CM की कुर्सी तो ला दो। तो ना तो वो इन्हां तो मन रहा जी, तो ना इन्हां दी पार्टी दोबारा ज्वाइन कर रहा है। ये की लग रहा जी सियासी संकट जो छाया हुआ है? देखो गल है भी हाई कमांड ने पैसे लेने सी, इन्हां तो लै लए। इन्हां नूं पता उन्होंने भी दुनिया ने आपे ही ला देना, इस करके आपे ही इदां टपा टपू के 4 दिन कढ़ लैणगे, उस तो बाद इलैक्शन आ जाणियां, लोकां ला देना, काम मुक्के। मेरा आखिरी सवाल है चीमा साहब कि किसी व्यक्ति ने एक आरटी पाई सी जिहदे विच घर घर रोज़गार जो इन्होंने दिता होया उहदे बारे डिटेल मंगी सी। तो एक तो ये उन्होंने सरकार ने दस्सिया होया भी घर घर रोज़गार देने का वादा नहीं, लारा लिखिया होया उहदे विच। ते दूसरी गल ये है जी 16,29,000 बंदा इन्होंने दिखाया होया पिछले 4 साल च नौकरी दी। ਉਹਦੇ ਵਿੱਚੋਂ 9,29,000 ਦੇ ਕਰੀਬ ਉਹ ਵਿਅਕਤੀ ਨੇ ਜਿਨ੍ਹਾਂ ਨੇ ਲੋਨ ਲੱਤਾ ਸਵੈ ਰੋਜ਼ਗਾਰ ਵਾਸਤੇ, ਉਹ ਵੀ ਇਹਨਾਂ ਨੇ ਵਿੱਚ ਸ਼ਾਮਲ ਕਰਕੇ ਦਿਖਾਏ ਹੋਏ ਨੇ। ਟੋਟਲ ਜਿਹੜਾ ਸਾਰਾ ਜਿਹੜਾ ਡਾਟਾ ਅਨਐਮਪਲੋਇਮੈਂਟ ਦਾ ਤੇ ਰੁਜ਼ਗਾਰ ਦੇਣ ਦਾ ਸਾਰਾ ਫੇਕ ਹੈ। ਜਾਲਸਾਜ਼ੀ ਕਰਕੇ ਡਾਟੇ ਕ੍ਰੀਏਟ ਕਰਕੇ ਆਪਣਾ ਇੰਪ੍ਰੈਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹੀ 3 ਨੌਕਰੀਆਂ ਜਿਹੜੀਆਂ ਪੰਜਾਬ ਵਾਸੀਆਂ ਨੂੰ ਪਤਾ, ਇੱਕ ਬਿੱਟੂ ਦੇ ਭਰਾ ਦੀ, एक पांडे साहब के बेटे की तहसीलदार की, एक बाजवा साहब वाली जी वो कहते लैनी। इस तो इलावा किसी बेरोजगार नूं इन्होंने कख नहीं दिता। इस करके लारा जो उत्थे लिखा तो सही लिखा, हुण लोगों ने भी लारा ही लाउणा। इस करके जे उत्थे लारा लिखा ना तो हुण लोग भी लारा ही लाउणगे। इस करके समा आ गया, हुण इन्होंने तैयार हो जाना चाहिए लोगों की फैसले नूं सुनने वास्ते। बहुत बहुत शुक्रिया चीमा साहब। सो ये सन दलजीत सिंह चीमा जी जिन्होंने दस्सिया कि कांग्रेस के जोड़े इस वक्त वड्डे लीडर है ने वो अपनी ही पार्टियां के निशाने के नाल नाल विरोधियों के निशाने पर भी ने, क्योंकि जो वादे किए गए सी कांग्रेस पार्टी वालों 2017 के उन्हां चों कुछ भी पूरा नहीं हो चुका है। इत्थों तक कि जो कांग्रेस हाई कमान है उन्हां वल्लों भी इन्हां नूं लानतां मारियां जा रही ने ते इन्हां नूं मुद्दे दिते जा रहे हैं कि आने वाले महीने च मुद्दे पूरे करो ताकि जो कांग्रेस के लीडर है दुबारा वोटां मंगण वास्ते लोगों के जा सकन। कैमरामैन सोनी के नाल सुशील गर्चा, दैनिक सवेरा, चंडीगढ़। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।